ਐਪਲੀਕੇਸ਼ਨਸ ਆਫ ਗੌਸ ਲਾਅ ਦੇ ਅੰਦਰ ਸੈਕਿੰਡ ਐਪਲੀਕੇਸ਼ਨ ਅਸੀਂ ਕਰਨੀ ਹੈ ਇਲੈਕਟ੍ਰਿਕ ਫੀਲਡ ਫਾਈਂਡ ਆਊਟ ਕਰਨਾ ਹੈ ਕਿਸੇ ਪੁਆਇੰਟ ਦੇ ਉੱਪਰ ਕਾਦੇ ਕਾਰਨ ਇੱਕ ਇਨਫਾਈਨਾਈਟ ਪਲੇਨ ਸ਼ੀਟ ਆਫ ਚਾਰਜ ਹੈ ਸਾਡੇ ਕੋਲ। ਹੁਣ ਇੱਥੇ ਦੇਖੋ ਇੱਕ ਚੀਜ਼ ਧਿਆਨ ਰੱਖਣੀ ਹੈ, ਇੱਕ ਸ਼ੀਟ ਹੈ ਜੋ 2 ਡਾਇਮੈਂਸ਼ਨਲ ਹੈ, ਉਹਦੇ ਉੱਪਰ ਚਾਰਜ ਹੈ ਔਰ ਨਾਲ ਕੀ ਲਿਖਿਆ ਹੋਇਆ ਉਹ ਸ਼ੀਟ ਕੀ ਹੋਏਗੀ, ਇਨਫਾਈਨਾਈਟ ਹੋਏਗੀ। ਇੰਟਰੋਡਕਸ਼ਨ ਬਾਅਦ ਵਿੱਚ ਪਹਿਲੇ ਅਸੀਂ ਕੀ ਕਰਦੇ ਹਾਂ, ਡਾਇਗਰਾਮ ਡਰਾ ਕਰਦੇ ਹਾਂ। ਅਸੀਂ ਇੱਕ ਸ਼ੀਟ ਕੰਸੀਡਰ ਕਰ ਲਈ ਇੱਥੇ, ਠੀਕ ਹੈ। ਇਹਦੇ ਉੱਪਰ ਚਾਰਜ ਕੰਸੀਡਰ ਕਰ ਲਿਆ, ਪੋਜ਼ਿਟਿਵ ਚਾਰਜ ਹੈ ਕਿਉਂਕਿ ਸ਼ੀਟ 2 ਡਾਇਮੈਂਸ਼ਨਲ ਹੈ ਤਾਂ ਇਹਦੇ ਉੱਪਰ ਜੋ ਸਰਫੇਸ ਚਾਰਜ ਡੈਂਸਿਟੀ ਹੈ ਉਹ ਕੰਸੀਡਰ ਕੀਤੀ ਜਾਏਗੀ। ਅਗਰ 1 ਡਾਇਮੈਂਸ਼ਨਲ ਹੁੰਦਾ ਤਾਂ ਅਸੀਂ ਲੀਨੀਅਰ ਚਾਰਜ ਡੈਂਸਿਟੀ ਕੰਸੀਡਰ ਕਰਨੀ ਸੀ। ਹੁਣ ਅਸੀਂ ਕੀ ਕੰਸੀਡਰ ਕਰਾਂਗੇ, ਸਰਫੇਸ ਚਾਰਜ ਡੈਂਸਿਟੀ ਸਿਗਮਾ। ਹੁਣ ਇੱਕ ਚੀਜ਼ ਹੋਰ, ਕਿਉਂਕਿ ਇਹ ਇਨਫਾਈਨਾਈਟ ਹੈ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਬਣਾ ਰਹੇ, ਇਹਨੂੰ ਅਸੀਂ ਥੋੜ੍ਹਾ ਜਿਹਾ ਇੱਥੇ ਕਰਵਡ ਬਣਾ ਕੇ ਦਿਖਾਇਆ ਹੈ ਕਿ ਇਹ ਸ਼ੀਟ ਜਿਹੜੀ ਹੈ ਇਨਫਾਈਨਾਈਟ ਹੈ, ਮਤਲਬ ਇਹਦੀ ਲੈਂਥ ਜਾਂ ਬ੍ਰੈਡਥ ਜਿਹੜੀ ਹੈ ਅਪਰੋਚੇਬਲ ਨਹੀਂ ਹੈ, ਡਿਫਾਈਨ ਨਹੀਂ ਕੀਤੀ ਜਾ ਸਕਦੀ। ਹੁਣ ਇਸ ਤੋਂ ਬਾਅਦ ਕੀ ਹੈ, ਸ਼ੀਟ ਬਣਾਉਣ ਤੋਂ ਬਾਅਦ ਕਿਉਂਕਿ ਅਸੀਂ ਇੱਥੇ ਕਿਹੜਾ ਲਾਅ ਲਗਾਉਣਾ ਹੈ, ਗੌਸ ਲਾਅ। ਅਸੀਂ ਉਹਦੀ ਸਟੇਟਮੈਂਟ ਲਿਖ ਲੈਂਦੇ ਹਾਂ ਗੌਸ ਲਾਅ ਦੀ। ਗੌਸ ਲਾਅ ਦੀ ਸਟੇਟਮੈਂਟ ਕੀ ਹੈ, ਕੋਈ ਵੀ ਕਲੋਜ਼ਡ ਸਰਫੇਸ ਇੰਟੈਗਰਲ ਆਫ ਐਨੀ ਕਲੋਜ਼ਡ ਸਰਫੇਸ E vector dot ds vector is equals to Q by epsilon naught। ਇਹ ਸਾਡੇ ਕੋਲ ਕੀ ਹੈ, ਗੌਸ ਲਾਅ ਦੀ ਸਟੇਟਮੈਂਟ। ਹੁਣ ਦੇਖੋ ਇਸ ਸਟੇਟਮੈਂਟ ਨੂੰ ਦੇਖ ਕੇ ਇੱਕ ਚੀਜ਼ ਤਾਂ ਕਲੀਅਰ ਹੈ ਕਿ ਅਸੀਂ ਕੀ ਕਹਿ ਰਹੇ ਹਾਂ, ਗੌਸ ਲਾਅ ਤਾਂ ਹੀ ਲੱਗ ਸਕਦਾ ਜੇ ਕੋਈ ਸਰਫੇਸ ਅਸੀਂ ਇੱਦਾਂ ਦਾ ਕੰਸੀਡਰ ਕਰੀਏ ਜੋ ਕਿਊ ਚਾਰਜ ਨੂੰ ਕੀ ਕਰੇ, ਇਨਕਲੋਜ਼ ਕਰੇ। ਇਹ ਜ਼ਰੂਰੀ ਨਹੀਂ ਹੈ ਕਿਊ ਚਾਰਜ ਹੀ ਹੋਏ, ਮਤਲਬ ਕੋਈ ਵੀ ਚਾਰਜ ਨੂੰ ਇੱਕ ਸਰਫੇਸ ਜੋ ਹੈ ਉਹ ਕੀ ਕਰੇ, ਇਨਕਲੋਜ਼ ਕਰੇ। ਤਾਂ ਅਸੀਂ ਇੱਕ ਚੀਜ਼ ਸਿੱਖੀ ਹੋਈ ਆ ਕਿ ਅਸੀਂ ਕੀ ਡਰਾ ਕਰਦੇ ਹਾਂ, ਇੱਕ ਗੌਸ਼ੀਅਨ ਸਰਫੇਸ ਡਰਾ ਕਰਦੇ ਹਾਂ ਗੌਸ ਲਾਅ ਲਗਾਉਣ ਤੋਂ ਪਹਿਲਾਂ। ਕਿਉਂਕਿ ਦੇਖੋ ਇਸ ਤੋਂ ਪਿਛਲੇ ਆਰਟੀਕਲ 'ਚ ਅਸੀਂ ਕੀ ਲਿਆ ਸੀ, ਲਾਈਨ ਚਾਰਜ ਕੰਸੀਡਰ ਕੀਤੀ ਸੀ। ਇਸ ਚਾਰਜ ਨੂੰ ਇਨਕਲੋਜ਼ ਕਰਨ ਲਈ ਅਸੀਂ ਗੌਸ਼ੀਅਨ ਸਰਫੇਸ ਇੱਕ ਸਿਲੰਡਰ ਕੰਸੀਡਰ ਕੀਤਾ ਸੀ। ਹੁਣ ਸਾਡੇ ਕੋਲ ਕੀ ਹੈ, ਇੱਕ ਪਲੇਨ ਸ਼ੀਟ ਹੈ। ਹੁਣ ਇੱਕ ਚੀਜ਼ ਇੱਥੇ ਧਿਆਨ 'ਚ ਰੱਖਣੀ ਹੈ, ਇਹ ਤਾਂ ਡਿਸਾਈਡ ਆਊਟ ਹੋ ਗਿਆ ਕਿ ਗੌਸ਼ੀਅਨ ਸਰਫੇਸ ਲਵਾਂਗੇ ਇੱਥੇ। ਹੁਣ ਦੇਖੋ ਇਹ ਸ਼ੀਟ ਜਿਹੜੀ ਹੈ ਇਨਫਾਈਨਾਈਟ ਹੈ, ਸ਼ੀਟ ਤਾਂ ਪਹਿਲਾਂ ਹੀ ਨਾਟ ਅਪਰੋਚੇਬਲ ਹੈ, ਤਾਂ ਇਸ ਤਰ੍ਹਾਂ ਦਾ ਕਿਹੜਾ ਗੌਸ਼ੀਅਨ ਸਰਫੇਸ ਇੱਥੇ ਬਣਾਇਆ ਜਾਏ ਜੋ ਸਾਰੀ ਸ਼ੀਟ ਨੂੰ ਇਨਕਲੋਜ਼ ਕਰ ਸਕੇ, ਠੀਕ ਹੈ ਨਾ। ਕਿਉਂਕਿ ਸ਼ੀਟ ਕੀ ਹੈ, ਇਨਫਾਈਨਾਈਟ ਹੈ, ਜਿਹਨੂੰ ਅਸੀਂ ਡਿਫਾਈਨ ਨਹੀਂ ਕਰ ਸਕਦੇ ਜਾਂ ਅਪਰੋਚ ਨਹੀਂ ਕਰ ਸਕਦੇ। ਤਾਂ ਹੁਣ ਇੱਦਾਂ ਦਾ ਕਿਹੜਾ ਗੌਸ਼ੀਅਨ ਸਰਫੇਸ ਬਣਾਇਆ ਜਾਏ ਜੋ ਪਹਿਲੇ ਹੀ ਇਨਫਾਈਨਾਈਟ ਚੀਜ਼ ਹੈ ਜੋ ਉਹਨੂੰ ਇਨਕਲੋਜ਼ ਕਰੇ। ਤਾਂ ਇਹ ਪੋਸੀਬਲ ਨਹੀਂ ਹੋ ਸਕਦਾ ਕਿ ਕੋਈ ਵੀ ਸ਼ੀਟ ਜਾਂ ਕੋਈ ਵੀ ਆਬਜੈਕਟ ਜੋ ਇਨਫਾਈਨਾਈਟ ਹੈ ਉਹਨੂੰ ਅਸੀਂ ਇਨਕਲੋਜ਼ ਕਰ ਲਈਏ। ਤਾਂ ਅਸੀਂ ਇੱਥੇ ਕੀ ਗੌਸ਼ੀਅਨ ਸਰਫੇਸ ਕੰਸੀਡਰ ਕਰਨਾ ਹੈ, ਅਸੀਂ ਸਾਰੀ ਸ਼ੀਟ ਨੂੰ ਇਨਕਲੋਜ਼ ਕਰਨ ਵਾਲਾ ਕਨਸੈਪਟ ਨਹੀਂ ਲੈ ਕੇ ਚੱਲਾਂਗੇ। ਅਸੀਂ ਕਵਾਂਗੇ ਕਿਉਂਕਿ ਸ਼ੀਟ ਜੋ ਹੈ ਬਹੁਤ ਲਾਰਜ ਡਾਇਮੈਂਸ਼ਨਸ ਦੀ ਹੈ, ਇਸ ਲਈ ਅਸੀਂ ਸਾਰੇ ਚਾਰਜ ਨੂੰ ਇਨਕਲੋਜ਼ ਨਹੀਂ ਕਰ ਸਕਦੇ। ਅਸੀਂ ਕੁਝ ਪਾਰਟੀਕੂਲਰ ਚਾਰਜ ਨੂੰ ਇਨਕਲੋਜ਼ ਕਰਕੇ ਹੀ ਇਲੈਕਟ੍ਰਿਕ ਫੀਲਡ ਫਾਈਂਡ ਕਰਾਂਗੇ। ਹੁਣ ਅਸੀਂ ਕੀ ਕਰਾਂਗੇ, ਗੌਸ਼ੀਅਨ ਸਰਫੇਸ ਇੱਥੇ ਇੱਕ ਸਿਲੰਡਰ ਡਰਾ ਕਰਾਂਗੇ ਅਸੀਂ, ਜੋ ਇਸ ਸ਼ੀਟ ਦੇ ਕੁਝ ਜੋ ਆਪਾਂ ਕਹੀਏ ਚਾਰਜ ਨੂੰ ਇਨਕਲੋਜ਼ ਕਰ ਰਿਹਾ, ਠੀਕ ਹੈ। ਇਹ ਅਸੀਂ ਇੱਕ ਸਿਲੰਡਰ ਜੋ ਹੈ ਇਹਦੇ ਵਿੱਚੋਂ ਪਾਸ ਕਰਵਾ ਦਿੱਤਾ ਔਰ ਇਹ ਸਿਲੰਡਰ ਸਾਡਾ ਕੀ ਹੈ, ਗੌਸ਼ੀਅਨ ਸਰਫੇਸ ਹੈ, ਠੀਕ ਹੈ। ਕਿਉਂਕਿ ਅਸੀਂ ਸਾਰੇ ਚਾਰਜ ਨੂੰ ਇਨਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਹ ਸ਼ੀਟ ਕੀ ਹੈ, ਇਨਫਾਈਨਾਈਟ ਹੈ। ਅਸੀਂ ਕੁਝ ਪੋਰਸ਼ਨ ਨੂੰ ਇਨਕਲੋਜ਼ ਕਰ ਲਿਆ ਔਰ ਇਨਕਲੋਜ਼ ਕਰਨ ਲਈ ਅਸੀਂ ਕੀ ਡਰਾ ਕਰ ਦਿੱਤਾ, ਇੱਕ ਸਿਲੰਡਰ ਡਰਾ ਕਰ ਦਿੱਤਾ। ਹੁਣ ਦੇਖੋ ਅਸੀਂ ਕੀ ਕਰਨਾ ਹੈ, ਸਿਲੰਡਰ ਇੱਕ ਗੌਸ਼ੀਅਨ ਸਰਫੇਸ ਹੈ, ਪਲੇਨ ਸ਼ੀਟ ਕੰਸੀਡਰ ਕਰ ਲਈ, ਸਿਗਮਾ ਸਰਫੇਸ ਚਾਰਜ ਡੈਂਸਿਟੀ ਹੈ। ਹੁਣ ਇਸ ਤੋਂ ਬਾਅਦ ਅਸੀਂ ਕੀ ਦੇਖਾਂਗੇ ਕਿ ਇਲੈਕਟ੍ਰਿਕ ਫੀਲਡ, ਕਿਉਂਕਿ ਦੇਖੋ ਨਾ ਜੋ ਸਾਡਾ ਗੌਸ ਲਾਅ ਹੈ ਇਹਦੇ 'ਚ ਸਾਨੂੰ ਡਾਟ ਪ੍ਰੋਡਕਟ ਕਿਹਦਾ ਚਾਹੀਦਾ ਹੈ, ਇਲੈਕਟ੍ਰਿਕ ਫੀਲਡ ਦਾ। ਅਤੇ ਅਸੀਂ ਕੰਸੀਡਰ ਕੀ ਕਰਨਾ ਹੈ, ਸਰਫੇਸ ਕੰਸੀਡਰ ਕਰਨਾ ਹੈ, ਫਿਰ ਅਸੀਂ ਉਹਨਾਂ ਦਾ ਡਾਟ ਪ੍ਰੋਡਕਟ ਕੰਸੀਡਰ ਕਰਨਾ ਹੈ। ਤਾਂ ਅਸੀਂ ਹੁਣ ਇੱਥੇ ਇਲੈਕਟ੍ਰਿਕ ਫੀਲਡ ਲਾਈਨਸ ਦਿਖਾਵਾਂਗੇ
ਇੱਕ ਗੱਲ ਅਸੀਂ ਧਿਆਨ 'ਚ ਰੱਖਣੀ ਹੈ, ਜੋ ਵੀ ਇਲੈਕਟ੍ਰਿਕ ਫੀਲਡ ਲਾਈਨਸ ਅਸੀਂ ਇੱਥੇ ਡਰਾ ਕਰਾਂਗੇ ਉਹ ਸਰਫੇਸ ਦੇ ਪਰਪੈਂਡੀਕੂਲਰ ਡਰਾ ਕਰਾਂਗੇ, ਡਾਇਰੈਕਸ਼ਨ ਚਾਹੇ ਜਿਹੜੀ ਮਰਜ਼ੀ ਹੋਏ। क्यों परपेंडिकुलर ड्रॉ करना है? क्योंकि ये वाली जो लेफ्ट हैंड साइड ते असी लिखिया है, ये है की चीज़ फ्लक्स है ना, इलैक्ट्रिक फ्लक्स दी डेफिनेशन च असी लिया सी कि वो वालियां इलैक्ट्रिक फील्ड लाइन्स कंसिडर करो जेड़ियां किसी सरफेस दे की होन, परपेंडिकुलर होन। ਹੁਣ ਦੇਖੋ ਇਹ ਵਾਲਾ ਸਰਫੇਸ ਹੈ, ਇਹਦੇ ਪਰਪੈਂਡੀਕੂਲਰ ਤਾਂ ਇਹੀ ਲਾਈਨਸ ਹੋ ਸਕਦੀ ਹੈ ਨਾ, ਜਾਂ ਤਾਂ ਇਸ ਡਾਇਰੈਕਸ਼ਨ 'ਚ ਜਾਂ ਇਸ ਡਾਇਰੈਕਸ਼ਨ 'ਚ। ਕਿਉਂਕਿ ਇਹ ਪੋਜ਼ਿਟਿਵ ਚਾਰਜ ਹੈ ਤਾਂ ਅਸੀਂ ਇਹਦੇ ਤੋਂ ਕੀ ਹੈ ਆਊਟਵਰਡ ਡਾਇਰੈਕਸ਼ਨ 'ਚ ਲੈ ਕੇ ਚੱਲਾਂਗੇ, ਪਰ ਇਸ ਡਾਇਰੈਕਸ਼ਨ 'ਚ ਇਲੈਕਟ੍ਰਿਕ ਫੀਲਡ ਲਾਈਨਸ ਕੰਸਿਡਰ ਨਹੀਂ ਕਰਾਂਗੇ, ਕਿਉਂਕਿ ਫਲਕਸ ਦੇ ਕੇਸ 'ਚ ਸਿਰਫ ਉਹੀ ਇਲੈਕਟ੍ਰਿਕ ਫੀਲਡ ਲਾਈਨਸ ਕੰਸਿਡਰ ਕਰਨੀਆਂ ਹੈ ਜੋ ਸਰਫੇਸ ਦੇ ਕੀ ਹੈ ਪਰਪੈਂਡੀਕੂਲਰ। ਤਾਂ ਜਾਂ ਤਾਂ ਇਸ ਡਾਇਰੈਕਸ਼ਨ 'ਚ ਕੰਸਿਡਰ ਕਰਾਂਗੇ ਜਾਂ ਇਸ ਡਾਇਰੈਕਸ਼ਨ 'ਚ। ਇਸ ਤੋਂ ਬਾਅਦ ਹੁਣ ਦੇਖੋ ਕੀ ਚਾਹੀਦਾ ਹੈ ਸਾਨੂੰ, DS कोई सरफेस असी लैके चलांगे या एरिया कह दईए, और उसे सरफेस दे उपर असी पॉइंट ऑफ ऑब्जर्वेशन कंसिडर करांगे। सपोज असी इत्थे किते सरफेस कंसिडर किया स्मॉल DS, ठीक है, और ये उपर ही पॉइंट ऑफ ऑब्जर्वेशन। एक चीज़ ध्यान च रखनी है, जिथे असी स्मॉल सरफेस कंसिडर किया उत्थे ही पॉइंट ऑफ ऑब्जर्वेशन कंसिडर करांगे असी, और इस सरफेस का एरिया वैक्टर की होएगा इस सरफेस दे परपेंडिकुलर। ठीक है, असी इस सरफेस की गल कर रहे हैं टोटल, एदा स्मॉल सरफेस कंसिडर किया DS, ਉਹਦੇ ਉੱਪਰ ही असी पॉइंट ऑफ ऑब्जर्वेशन कंसिडर किया, क्योंकि जो असी ये वाला फॉर्मूला लगाया गॉस लॉ का, ਇਹਦੇ ਨਾਲ असी डॉट प्रोडक्ट की हैल्प नाल इलैक्ट्रिक फील्ड कढ़ना है। तो इलैक्ट्रिक फील्ड कित्थे निकल रहा है, जिहड़ा असी स्मॉल सरफेस कंसिडर कर रहे हैं। हुणे स्मॉल सरफेस लिया, उहदा एरिया वैक्टर की होएगा परपेंडिकुलर। इस सारे सरफेस का नाम सपोज असी कंसिडर करता S1। इस तरह इस डायरैक्शन च इस सारे सरफेस नूं मैं कंसिडर किया S2। ਇਹਦੇ ਉੱਪਰ ਵੀ ਅਸੀਂ ਸਮॉल पॉइंट ਤਾਂ ਕਿਤੇ ਵੀ ਹੋ ਸਕਦਾ, मे बी एट दिस सरफेस या इस सरफेस ਤੇ ਜਾਂ ਇਹ ਵਾਲਾ ਜੋ ਸਰਫੇਸ ਹੈ ਇੱਥੇ ਵੀ पॉइंट हो सकता है। ਹੁਣ ਅਸੀਂ ਇੱਥੇ ਸਰਫੇਸ ਸਮॉल ਕੰਸੀਡਰ ਕੀਤਾ DS, ਇਹਦਾ ਵੀ ਏਰੀਆ ਵੈਕਟਰ ਪਰਪੈਂਡੀਕੂਲਰ ਹੋਏਗਾ DS ਵੈਕਟਰ। ठीक है, ਹੋਰ ਇਸ ਤੋਂ ਇਲਾਵਾ ਅਗਰ ਅਸੀਂ ਇਸ ਇਹ ਵਾਲੇ ਸਾਰੇ ਸੈਂਟਰ ਵਾਲੇ ਸਰਫੇਸ ਨੂੰ मैं ਕੰਸੀਡਰ ਕਰ ਲਾਂ S3। ठीक है, हुण इस सरफेस ते भी असी स्मॉल पोर्शन अगर कंसिडर किया एरिया का, एरिया वैक्टर कंसिडर कर लिया DS वैक्टर। ठीक है, हुण असी डायग्राम च की किया, 3 पोर्शनस च डिवाइड करता सिलेंडर नूं। अगर असी इत्थे दोबारा देख लईए, असी की कहना चाह रहे हैं कि एक जिहड़ा सिलेंडर है जो गॉसियन सरफेस है, इस वाले सरफेस का नाम रखता S2, इस वाले सरफेस का नाम रखता S1, और ये जो सेंटर वाले पोर्शन का नाम असी रखता S3। एदा भी स्मॉल पोर्शन कंसिडर किया, इत्थे भी स्मॉल पोर्शन कंसिडर किया, और इत्थे भी, और तिन्ना दे लई असी एरिया वैक्टर्स कंसिडर किए जो हमेशा सरफेस दे की हुंदे है परपेंडिकुलर डायरैक्शन च। ठीक है, ये चीज़ असी इत्थे बनाई है, राइट। और होर इस चीज़ च असी की बनाया है, इलैक्ट्रिक फील्ड लाइनस वो हमेशा सरफेस दे की होनियां चाहिदियां है परपेंडिकुलर, क्योंकि इलैक्ट्रिक फ्लक्स की डेफिनेशन ही कह रही है कि इलैक्ट्रिक फील्ड लाइनस केड़ियां लैनियां है जो सरफेस दे की है परपेंडिकुलर है। ठीक है, हुण असी की कवांगे, सारी इंट्रोडक्शन च असी लिखांगे कि कंसिडर असी करते हैं एक इनफाइनाइट थिन प्लेन शीट, उस शीट के उपर केड़ा चार्ज है, पॉजिटिव चार्ज है, और सरफेस चार्ज डेंसिटी कितनी है, सिग्मा है। ठीक है, फिर असी क्या कि इलैक्ट्रिक फील्ड लाइनस जिहड़ियां है वो परपेंडिकुलर टू दी सरफेस कंसिडर करनियां है। वो ऑलरेडी असी डिस्कस कर चुके हैं, क्यों परपेंडिकुलर है, इलैक्ट्रिक फ्लक्स दे कॉन्सैप्ट दे कारण, और केड़ी डायरैक्शन च होनियां चाहिदियां है, आउटवर्ड डायरैक्शन च। क्यों, क्योंकि पॉजिटिव चार्ज तो हमेशा अवे जाणगियां लाइनस। ठीक है, ये हो गई डायग्राम।
ਉਸ ਤੋਂ ਬਾਅਦ ਅਸੀਂ ਕਵਾਂਗੇ ਅਕੋਰਡਿੰਗ ਟੂ ਗੌਸ ਲਾਅ, ਅਸੀਂ ਦੁਬਾਰਾ ਲਿਖ ਲੈਂਦੇ ਹਾਂ ਗੌਸ ਲਾਅ, E ਵੈਕਟਰ ਡੋਟ ds ਵੈਕਟਰ ਇਜ਼ ਇਕੁਅਲਸ ਟੂ q ਬਾਈ ਐਪਸਾਈਲਨ ਨੋਟ। ਨੰਬਰ 1, ਹੁਣ ਦੇਖੋ ਇਹ ਜੋ ਸਰਕਲ ਅਸੀਂ ਲਗਾਇਆ ਹੈ ਇਹ ਸਾਨੂੰ ਕੀ ਦੱਸ ਰਿਹਾ, ਕਲੋਜ਼ਡ ਸਰਫੇਸ। ਮਤਲਬ ਜੋ ਇਹ ਸਾਡਾ ਸਿਲੰਡਰ ਹੈ, ਇਹ ਸਾਰਾ ਸਿਲੰਡਰ ਕੀ ਹੈ, ਕਲੋਜ਼ਡ ਹੈ। ਇਸ ਸਿਲੰਡਰ ਦੇ ਅੰਦਰ ਸਾਡੇ ਕੋਲ ਕਿੰਨੇ ਸਰਫੇਸਿਸ ਹੈ, ਟੋਟਲ ਸਾਰਾ ਸਰਫੇਸ ਅਸੀਂ ਕਿਹਾ S ਹੈ। ਟੋਟਲ ਕਿੰਨਾ ਹੈ ਸਰਫੇਸ S। ਇਹਦੇ ਅੰਦਰ ਅਸੀਂ 3 'ਚ ਅਸੀਂ ਇਹਨੂੰ ਡਿਵਾਈਡ ਕਰਤਾ ਨਾ ਸਰਫੇਸ ਨੂੰ, S1 S2 S3। ਟੋਟਲ ਸਰਫੇਸ ਨੂੰ 3 ਪਾਰਟਸ 'ਚ ਡਿਵਾਈਡ ਕਰਤਾ, S1 S2 S3। ਤਾਂ ਇਸ ਇੰਟੈਗਰਲ ਨੂੰ ਅਸੀਂ 3 ਪਾਰਟਸ 'ਚ ਇਸ ਤਰ੍ਹਾਂ ਲਿਖ ਸਕਦੇ ਹਾਂ, S1 ਸਰਫੇਸ ਦੇ ਉੱਪਰ ਪਲਸ S2 ਸਰਫੇਸ ਦੇ ਉੱਪਰ ਪਲਸ S3 ਸਰਫੇਸ ਦੇ ਉੱਪਰ ਫਲਕਸ। ਠੀਕ ਹੈ, ਹੁਣ ਅਸੀਂ ਇਹ ਚੀਜ਼ ਧਿਆਨ ਰੱਖਣੀ ਹੈ, ਇੱਥੇ ਅਸੀਂ ਕਲੋਜ਼ ਵਾਲਾ ਸਿੰਬਲ ਨਹੀਂ ਲਗਾਵਾਂਗੇ ਕਿਉਂਕਿ ਇਹ ਤਿੰਨੋਂ ਸਰਫੇਸਿਸ ਨੂੰ ਅਗਰ ਅਸੀਂ ਐਡ ਕਰਦੇ ਹਾਂ ਫਿਰ ਜਾ ਕੇ ਟੋਟਲ ਸਰਫੇਸ ਆਇਆ, ਉੱਥੇ ਕਲੋਜ਼ ਦਾ ਸਿੰਬਲ ਲਗਾਓਗੇ, ਇੱਥੇ ਨਹੀਂ ਲਗਾਓਗੇ। ਇੱਥੇ ਇੱਕ ਇੱਕ ਸਰਫੇਸ ਨੂੰ ਮਿਲਾ ਕੇ ਟੋਟਲ ਬਣੇਗਾ, ਇਜ਼ ਇਕੁਅਲਸ ਟੂ q ਬਾਏ ਐਪਸਾਈਲਨ ਨੋਟ। ਨੰਬਰ 2, ਹੁਣ ਅਸੀਂ ਦੇਖਾਂਗੇ ਡਾਟ ਪ੍ਰੋਡਕਟ ਹਰ ਇੱਕ ਸਰਫੇਸ ਦੇ ਉੱਪਰ ਅਸੀਂ ਦੇਖਣਾ ਹੈ। ਪਹਿਲੇ ਸਰਫੇਸ S1 ਦੀ ਗੱਲ ਕਰਦੇ ਹਾਂ। S1 ਸਰਫੇਸ ਸਾਡੇ ਕੋਲ ਇਹ ਵਾਲਾ ਹੋ ਗਿਆ। ਇੱਥੇ ਦੇਖੋ ਜ਼ਰਾ E ਵੈਕਟਰ ਵੀ ਇਸੇ ਡਾਇਰੈਕਸ਼ਨ 'ਚ ਹੈ, ds ਵੀ ਇਸੇ ਡਾਇਰੈਕਸ਼ਨ 'ਚ ਹੈ, ਤਾਂ ਡਾਟ ਪ੍ਰੋਡਕਟ ਹੈ, ਐਂਗਲ ਕਿੰਨਾ ਹੋਏਗਾ 0 ਡਿਗਰੀ, E ds cos 0 ਡਿਗਰੀ ਪਲਸ। ਹੁਣ S2 ਸਰਫੇਸ, ਇਹ ਵਾਲਾ ਸਰਫੇਸ ਇੱਥੇ ਵੀ ਅਗੇਨ ਸੇਮ ਪੈਰਲਰ ਹੈ, ਐਂਗਲ ਕਿੰਨਾ ਹੋ ਜਾਏਗਾ 0 ਡਿਗਰੀ, ਤਾਂ ਅਸੀਂ ਇੱਥੇ ਵੀ ਕੀ ਲਿਖ ਦਾਂਗੇ S2 E ds cos 0 ਡਿਗਰੀ ਪਲਸ। ਹੁਣ S3 ਸਰਫੇਸ, ਇਸ ਸਰਫੇਸ ਤੇ ਦੇਖੋ ज़रा, ਕਿਉਂਕਿ ਜੋ ਇਲੈਕਟ੍ਰਿਕ ਫੀਲਡ ਲਾਈਨਸ ਹੈ ਉਹ ਅਸੀਂ ਕੀ ਲੈਣੀਆਂ, ਸਰਫੇਸ ਦੇ ਪਰਪੈਂਡੀਕੂਲਰ ਹੀ ਲੈਣੀਆਂ ਹੈ। ਇੱਥੇ ਏਰੀਆ ਵੈਕਟਰ ਇਸ ਡਾਇਰੈਕਸ਼ਨ 'ਚ ਹੈ, ਇਲੈਕਟ੍ਰਿਕ ਫੀਲਡ ਇਹ ਹੋ ਗਿਆ, ਜਾਂ ਅਸੀਂ ਇਸ ਡਾਇਰੈਕਸ਼ਨ ਵਾਲਾ ਲਈਏ, ਐਂਗਲ ਕਿੰਨਾ ਹੈ 90 ਡਿਗਰੀ, ਤਾਂ ਅਸੀਂ ਇੱਥੇ ਕੀ ਲਿਖਾਂਗੇ E ds cos 90 ਡਿਗਰੀ ਇਜ਼ ਇਕੁਅਲਸ ਟੂ q ਬਾਏ ਐਪਸਾਈਲਨ ਨੋਟ। cos 90 0, मतलब ਇਹ ਵਾਲਾ ਇੰਟੈਗਰਲ ख़त्म ਹੋ ਜਾਏਗਾ, ਇਹ ਦੋਨੋਂ ਬਚਣਗੇ। ਇਹਦੇ 'ਚ ਵੀ ਦੇਖੋ ਇਲੈਕਟ੍ਰਿਕ ਫੀਲਡ ਜੋ ਹੈ ਇੱਕ ਕਾਂਸਟੈਂਟ ਕੁਆਂਟਿਟੀ ਹੈ, ਇਹਨੂੰ ਅਸੀਂ ਬਾਹਰ ਲੈ ਲਾਂਗੇ, cos 0 1 ਹੋ ਜਾਏਗਾ, ਅੰਦਰ ਕੀ ਬਚਿਆ ds ਪਲਸ E S2 ਦੇ ਇੰਟੈਗਰਲ ਲੈ ਕੇ ds ਇਜ਼ ਇਕੁਅਲਸ ਟੂ q ਬਾਏ ਐਪਸਾਈਲਨ ਨੋਟ। ਹੁਣ ਅਗਰ ਅਸੀਂ ਸਟਾਰਟਿੰਗ 'ਚ ਇਹ ਚੀਜ਼ ਅਜ਼ਿਊਮ ਕਰਕੇ ਚੱਲੀਏ, ਜਾਂ ਹੁਣ ਅਸੀਂ ਇਹਨੂੰ ਕਹਿ ਦਈਏ ਕਿ ਸਪੋਜ਼ ਇਹ ਜਿਹੜਾ ਅਸੀਂ ਸਰਫੇਸ ਕੰਸੀਡਰ ਕੀਤਾ, ਇਹਦਾ ਸਰਫੇਸ ਏਰੀਆ ਅਗਰ ਅਸੀਂ ਲੈ ਕੇ ਚੱਲੀਏ, ਸਰਫੇਸ ਏਰੀਆ ਅਜ਼ਿਊਮ ਕਰਕੇ ਚੱਲੀਏ A। ਠੀਕ ਹੈ, ਇਸੇ ਤਰ੍ਹਾਂ ਇਸ ਸਾਈਡ ਦੇ ਉੱਪਰ ਇਸ ਸਰਫੇਸ ਦਾ ਟੋਟਲ ਸਰਫੇਸ ਏਰੀਆ ਅਗਰ ਅਸੀਂ ਅਜ਼ਿਊਮ ਕੀਤਾ A। ਕੰਪਲੈਕਸਿਟੀ 'ਚ ਨਹੀਂ ਪੈਣਾ ਅਸੀਂ ਕਿ ਇਹਦਾ ਏਰੀਆ ਕਿੰਨਾ ਹੋਏਗਾ, ਕਿਉਂਕਿ ਇਹ ਸਰਕਲ ਹੈ ਤਾਂ ਅਸੀਂ ਇਹਨੂੰ ਏਰੀਆ ਨੂੰ πr² ਲਈਏ। ਸਿੰਪਲ ਅਸੀਂ ਕਹਿਤਾ ਲੈਟ ਅਸ ਅਜ਼ਿਊਮ ਕਿ ਸਰਫੇਸ ਏਰੀਆ ਕਿੰਨਾ ਹੈ A ਹੈ, ਔਰ ਇੱਧਰ ਵੀ ਅਸੀਂ ਸਰਫੇਸ ਏਰੀਆ ਕਿੰਨਾ ਕੰਸੀਡਰ ਕੀਤਾ, A ਕੰਸੀਡਰ ਕੀਤਾ। ਠੀਕ ਹੈ, ਤਾਂ ਅਸੀਂ ਇੱਥੇ ਕੀ ਲਿਖਾਂਗੇ, ਜਦੋਂ ਟੋਟਲ ਸਰਫੇਸ ਇੰਟੀਗ੍ਰੇਸ਼ਨ 'ਚ ਹੈ ਤਾਂ ਕੀ ਆ ਜਾਏਗਾ, ਇਹਦੀ ਇੰਟੀਗ੍ਰੇਸ਼ਨ A, ਇਹਦੀ ਇੰਟੀਗ੍ਰੇਸ਼ਨ ਵੀ ਕੀ ਆ ਜਾਏਗੀ A ਇਜ਼ ਇਕੁਅਲਸ ਟੂ q ਬਾਏ ਐਪਸਾਈਲਨ ਨੋਟ। ਇਹਦਾ ਕੀ ਆ ਜਾਏਗਾ ਆਂਸਰ 2EA ਇਜ਼ ਇਕੁਅਲਸ ਟੂ q ਬਾਏ ਐਪਸਾਈਲਨ ਨੋਟ। ਹੁਣ ਅਸੀਂ ਕੀ ਕਰਾਂਗੇ, ਦੇਖੋ ਇਹ ਕਿਉਂਕਿ ਸਾਡੇ ਕੋਲ 2 ਡਾਇਮੈਂਸ਼ਨਲ ਹੈ, ਸਿਗਮਾ ਸਰਫੇਸ ਚਾਰਜ ਡੈਂਸਿਟੀ ਹੈ, ਤਾਂ ਕੀ ਅਸੀਂ q ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ, ਸਰਫੇਸ ਚਾਰਜ ਡੈਂਸਿਟੀ ਦੀ ਡੈਫੀਨੇਸ਼ਨ ਦੇ ਅਕੋਰਡਿੰਗਲੀ q ਅਪੋਨ A। ठीक है, तो इत्थों Q की आ जाएगा सिग्मा A। ठीक है, A ने दोनों साइड्स ते कैंसल होना सी, इसलिए असी इत्थे A दी वैल्यू नहीं सी पुट कर रहे। 2EA इज इक्वल्स टू सिग्मा A बाय एप्साइलन नॉट। A नाल A कैंसल, इलैक्ट्रिक फील्ड फाइंड करना है तो 2 नूं इस साइड ते लैके आवांगे, की आ जाएगा सिग्मा अपॉन 2 एप्साइलन नॉट। दिस इज़ द इलैक्ट्रिक फील्ड ड्यू टू a infinite
प्लेन शीट ऑफ चार्ज। ये वाला जो साडा एक्सप्रैशन है इनू असी याद भी करना है नुमैरिकल्स दे लई। E इज़ इक्वल टू सिग्मा अपॉन 2 एप्साइलन नॉट।